बहुत बढ़िया जी, बहुत बढ़िया। और जल्दी असी स्वागत करांगे पंकज जी और पीके जी का भी। पंकज जी बहुत बहुत स्वागत है सर, वेलकम। थैंक यू वेरी मच जी, ते मेरी तरफ सब गुड आफ्टरनून जी। गुड आफ्टरनून सर, गुड आफ्टरनून। और पीके जी भी ज्वाइन कर चुके ने, उन्होंने नाल भी गल करांगे, लेकिन इस तो पहला मैं जरूर जिक्र कर दवां कि कुछ ਜਿਹੜੀਆਂ न्यूज़ ने ਅਸੀਂ ਉਹ ਤੁਹਾਡੇ ਨਾਲ शेयर करांगे ਅੱਗੇ ਚੱਲ ਕੇ, कुछ इंटरेस्टिंग न्यूज़। और पंकज जी कॉलर्स इंतजार कर रहे हैं, उन्होंने विचार भी ਅਸੀਂ ਨਾਲ ਦੇ ਨਾਲ ਲੈਂਦੇ ਚਲੇ ਜਾਈਏ ਜੀ। ਸੁਖਵਿੰਦਰ ਜੀ ਤੁਸੀਂ ਆਨ ਦੇ ਰਹੋ, ਨੈਕਸਟ ਕਾਲ ਗੋ ਹੈਡ, ਕੀ ਕਹਿਣਾ ਚਾਹੋਗੇ? ਸਤਿ ਸ਼੍ਰੀ ਅਕਾਲ ਜੀ ਦੋਨਾਂ ਨੂੰ ਜੀ ਭਾਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਮੇਰਾ ਪਹਿਲਾ ਕੁਐਸਚਨ ਤੇ ਪਹਿਲਾਂ ਮੈਂ ਕਾਫੀ ਡਿਫਰ ਕਰਾਂਗਾ ਜੀ ਸਬਰਵਾਲ ਸਾਹਿਬ ਨਾਲ। ਮੈਂ ਸੋਚਦਾ ਕਿ ਇਹਦਾ ਕੁਐਸਚਨ ਦਾ ਡਾਇਰੈਕਟ ਆਨਸਰ ਤੇ ਮੌਂਗਾ ਸਾਹਿਬ। ਸਟ੍ਰੈਸ ਟੈਸਟ ਜਿਹੜਾ ਨਾ ਲੋਕੀ ਔਖੇ ਨਹੀਂ, ਲੋਕਾਂ ਦੀ ਜਾਨ ਸੌਖੀ ਆ। ਇਹ ਗਵਰਨਮੈਂਟ ਦਾ ਬੜਾ ਅੱਛਾ ਡਿਸੀਜਨ ਸੀ। ਜੇ ਤੁਸੀਂ ਅਫੋਰਡ ਹੀ ਨਹੀਂ ਕਰ ਸਕਦੇ, ਜੇ ਤੁਸੀਂ ਉਸ ਟੈਸਟ ਦੇ ਵਿੱਚ ਫੇਲ ਹੋ ਗਏ ਤੇ ਹਾਊ ਕੈਨ ਯੂ ਪੇ ਲੇਟਰ ਔਨ। ਸੋ ਜਿਹਨਾਂ ਦੀ ਜੇ ਅੱਜ ਸਰਵਿਸਿੰਗ ਹੋ ਰਹੀ ਹੈ ਥੋੜੀ ਬਹੁਤੀ, ਤੇ ਇਸੇ ਕਰਕੇ ਹੋ ਰਹੀ ਕਿ ਇਸ ਟੈਸਟ ਸੀਗਾ, ਔਰ ਔਖੇ ਉਹੀ ਆ ਜਿਹੜੇ ਦੋਜ਼ ਹੂ ਮੈਨੇਜ ਟੂ ਗੋ ਅਰਾਊਂਡ ਦਿਸ। ਤੇ ਇਹ ਬੜੀ ਅੱਛੀ ਚੀਜ਼ ਸੀ, ਇਹਦੇ ਨਾਲ ਹੀ ਥੋੜਾ ਬਹੁਤਾ ਬਚਾ ਕੇ ਗਵਰਨਮੈਂਟ ਨੇ ਬਿਲਕੁਲ ਠੀਕ ਡਿਸੀਜਨ ਲਿਆ ਇਹਦੇ ਬਾਰੇ। ਜੇ ਇਹਨੂੰ ਹਟਾ ਦੋ ਤਾਂ ਮੈਨੂੰ ਲੱਗਦਾ ਅੱਜ ਜੇ ਨਾ ਹੁੰਦਾ ਇਹ ਤੇ ਅੱਜ ਪੋਜੀਸ਼ਨ ਹੋਰ ਖਰਾਬ ਹੋਣੀ ਸੀ, ਕਿਉਂਕਿ ਘਰ ਤਾਂ ਲੋਕਾਂ ਨੂੰ ਚਾਹੀਦੇ, ਉਹਨਾਂ ਦੀ ਵੀ ਮਜਬੂਰੀ ਆ, ਪਰ ਇਹ ਟ੍ਰੈਪ 'ਚ ਫਸ ਜਾਂਦੇ ਆ ਤੇ ਫਿਰ ਬੜਾ ਔਖਾ ਹੋ ਜਾਂਦਾ ਸਰਵਿਸ ਕਰਨਾ। ਇਹਦਾ ਜਵਾਬ ਮੈਂ ਮੌਂਗਾ ਜੀ ਤੋਂ ਲਵਾਂਗਾ। ਦੂਸਰਾ ਮੇਰਾ ਸਵਾਲ ਇਹ ਆ ਕਿ ਇਹ ਜਿਹੜੀ ਇਮੀਗ੍ਰੇਸ਼ਨ ਆ ਰਹੀ ਨਾ ਸਾਨੂੰ, ਇਹ ਡ੍ਰੀਮਸ ਜਿਹੜੇ ਆਪਾਂ ਸੈੱਲ ਕੀਤੇ ਆ, ਇਹ ਹੁਣ ਮੈਨੂੰ ਲੱਗਦਾ ਇਹਦੇ ਵਿੱਚ ਕੋਈ ਬਹੁਤੀ ਖੁਸ਼ੀ ਵਾਲੀ ਗੱਲ ਨਹੀਂ, ਕਿਉਂਕਿ ਜਿਹੜੀਆਂ ਰਿਪੋਰਟਸ ਆ ਰਹੀਆਂ ਉਹ ਕਹਿੰਦੇ ਇਹ ਜਿਹੜਾ ਤੁਸੀਂ ਡ੍ਰੀਮ ਜਿਹੜੇ ਆ ਇਹ ਗ੍ਰੀਨ ਵਾਸ਼ਿੰਗ ਜ਼ਿਆਦਾ ਲੱਗਦੀ ਹੁਣ, ਕਿਉਂਕਿ ਇਹ ਸੋਸ਼ਲ ਮੀਡੀਆ ਹੋਣ ਕਰਕੇ ਦੁਨੀਆ 'ਚ ਖਬਰ ਬੜੀ ਤੇਜ਼ੀ ਨਾਲ ਜਾਂਦੀ ਕਿ ਇੱਥੇ ਮੈਡੀਕਲ ਸਰਵਿਸ ਦਾ ਕੀ ਹਾਲ ਆ, ਇੱਥੇ ਕ੍ਰਾਈਮ ਦਾ ਕੀ ਹਾਲ ਆ। ਦੀਜ਼ ਆਲ ਬਿਗ ਸਿਟੀਜ਼ ਆਰ ਨੋ ਲੋਂਗਰ ਲਿਵੇਬਲ। ਇੱਥੇ ਕਿਸੇ ਬੰਦੇ ਨੂੰ ਪੁੱਛ ਲਓ, ਮੈਂ ਰੀਸੈਂਟਲੀ ਔਨ ਗਰਾਊਂਡ ਹੀ ਮੈਂ ਵੀ ਰਿਪੋਰਟ ਕਰ ਰਿਹਾ ਕਿ ਕਿਸੇ ਨਾਲ ਗੱਲ ਕਰੋ, ਕਹਿੰਦੇ ਯਾਰ ਇੱਥੇ ਰਹਿਣ ਦਾ ਫਾਇਦਾ ਕੀ ਆ, ਇੱਥੇ ਮਤਲਬ ਕਿ ਕੋਈ ਫਿਊਚਰ ਨਹੀਂ ਹੈਗਾ, ਇੱਥੇ ਕਿੱਥੇ ਚੱਲ ਜੀ ਅਸੀਂ, ਇੱਥੇ ਜੇ ਸਾਨੂੰ ਰੋਟੀ ਪਾਣੀ ਨਾਲ ਸਾਡਾ ਪੂਰਾ ਹੋਵੇ ਤੇ ਘਰ ਦੀ ਗੱਲ ਤਾਂ ਆਪਾਂ ਸੋਚ ਹੀ ਨਹੀਂ ਸਕਦੇ। ਔਰ ਜਿਹੜੇ ਅਫੋਰਡ ਵੀ ਕਰਦੇ ਉਹ ਕਹਿੰਦੇ ਇੱਥੇ ਕ੍ਰਾਈਮ ਹੀ ਬੜਾ, ਉਹ ਇੰਡੀਆ ਨਾਲ ਕੰਪੇਅਰ ਕਰਨ ਲੱਗ ਪਏ, ਕਹਿੰਦੇ ਯਾਰ ਸਮਟਾਈਮਸ ਵੀ ਫੀਲ ਬੈਟਰ ਬੈਕ ਹੋਮ। ਉੱਥੇ ਕਹਿੰਦੇ ਉੱਥੇ ਸਰਵਿਸਿਜ਼ ਵੀ ਬੈਟਰ ਹੈਗੀਆਂ, ਔਰ ਕਈ ਲੋਕ ਤਾਂ ਇੱਥੇ ਡਾਕਟਰਸ ਨੂੰ ਉੱਥੇ ਕਾਲ ਕਰਕੇ ਉੱਥੋਂ ਕੰਸਲਟੇਸ਼ਨ ਲੈਂਦੇ, ਕਹਿੰਦੇ ਇੱਥੇ ਤਾਂ ਹੁਣ ਟਾਈਮ ਹੀ ਨਹੀਂ ਲੱਗਦਾ ਹਸਪੀਟਲ ਦੇ ਵਿੱਚ। ਈਵਨ ਇੱਥੇ ਐਮਰਜੈਂਸੀ ਕਾਲ ਦੀ 8-8 ਘੰਟੇ ਵੇਟ, 8-8 ਮਿੰਟ 8-10 ਮਿੰਟ, ਸੌਰੀ ਮਤਲਬ ਗਲਤ ਕਹਿ ਹੋ ਗਿਆ ਮੈਂ ਤੋਂ। ਮਤਲਬ ਇੱਥੇ ਸਰਵਿਸਿਜ਼ ਜਿਹੜੀਆਂ ਅਸੀਂ ਜਿਸ ਕਰਕੇ ਲੋਕ ਇਹਨੂੰ ਅਟਰੈਕਟ ਹੁੰਦੇ ਸੀ ਉਹ ਚੀਜ਼ਾਂ ਹੈ ਨਹੀਂ। ਔਰ ਇਹ ਇਮੀਡੀਏਟਲੀ ਤਾਂ ਨਹੀਂ, ਪਰ ਇਨ ਫਿਊਚਰ ਲੱਗਦਾ ਕਿ ਇਹ ਜਿਹੜਾ ਜੋ ਤੁਸੀਂ ਅਟਰੈਕਟ ਕਰਨਾ ਚਾਹੁੰਦੇ ਆ ਉੱਥੇ ਉਹ ਅਟਰੈਕਸ਼ਨ ਹੈ ਨਹੀਂ ਗੀ। ਹੁਣ ਮੈਨੂੰ ਲੱਗਦਾ ਕਿ ਇਹ ਜਿਹੜਾ ਅਸੀਂ ਸੋਚਦੇ ਆ ਕਿ ਲੋਕੀ ਅੱਖਾਂ ਮੀਟ ਕੇ ਆਈ ਜਾਂਦੇ, ਮੈਨੂੰ ਲੱਗਦਾ ਉਹ ਚੀਜ਼ ਹੁਣ ਮੈਨੂੰ ਲੱਗਦਾ ਹੌਲੀ ਹੌਲੀ ਉਹ ਘਟੇਗੀ। ਤੁਹਾਡਾ ਕੀ ਖਿਆਲ ਜੀ ਸਬਰਵਾਲ ਸਾਹਿਬ? ਜੀ ਸਰ, ਬਹੁਤ ਵਧੀਆ ਤੁਸੀਂ ਗੱਲ ਕੀਤੀ ਹੈ। ਬਚਾਇਆ ਜਿਹੜਾ ਹੈਗਾ ਇਹ ਸਟ੍ਰੈਸ ਟੈਸਟ ਨਹੀਂ ਬਚਾਇਆ। ਆਈ ਫੁਲੀ ਐਗਰੀ ਵਿਦ ਯੂ। ਮੈਂ ਇਹ ਬਾਰ-ਬਾਰ ਕਹਿ ਰਿਹਾ ਸੀਗਾ ਕਿਉਂਕਿ ਉਸ ਵਕਤ ਇਹਨਾਂ ਨੂੰ ਇਹ ਜਿਸ ਦਾ 3% ਇੰਟਰਸਟ ਲੈਂਦੇ ਸੀਗੇ, ਇਹਨਾਂ ਨੂੰ ਡਾਊਟ ਸੀਗਾ ਇਹ 5-5 6-6% ਤੱਕ ਜਾਏਗਾ, ਇਸ ਲਈ ਇਹਨਾਂ ਨੇ 5.25 ਰੱਖਤਾ ਸੀਗਾ ਔਰ ਵਟ ਐਵਰ ਯੂ ਗੈਟ +2%। ਲੇਕਿਨ ਮੇਰਾ ਕੁਐਸਚਨ ਹੁਣ ਹੈਗਾ ਕਿ ਹੁਣ ਉਹ ਲੈਵਲ ਆ ਚੁੱਕਿਆ ਜਾਂ ਅਜੇ ਆ ਜਾਏਗਾ? ਨਾਟ ਨੈਸੈਸਰੀ ਕਿ ਉਹਨੇ ਆ ਗਿਆ। ਸਪੋਜ਼ ਕਰੋ 1% ਹੋਰ ਇੰਟਰਸਟ ਵੱਧ ਜਾਂਦਾ ਹੈ ਤੇ ਤੁਸੀਂ ਅਗਰ ਮੰਨ ਲਓ 6% ਤੱਕ ਚਲੇ ਜਾਂਦੇ ਹੋ, ਉਹਦੇ ਬਾਅਦ 6 ਦੇ ਉੱਤੇ ਫਿਰ 2% ਹੋਰ ਐਡ ਕਰਨਾ ਉਹ ਲੌਜੀਕਲ ਨਹੀਂ ਬਣਦਾ ਮੇਰੇ ਹਿਸਾਬ ਨਾਲ। ਲੇਕਿਨ ਜਿਹੜਾ ਹੁਣ ਤੱਕ ਹੋਇਆ ਲੋਕੀ ਬਚੇ ਇਸ ਕਰਕੇ ਹੈਗੇ ਨੇ ਕਿ ਸਟ੍ਰੈਸ ਫੈਕਟਰ ਸੀਗਾ, ਲੇਕਿਨ ਫਸੇ ਉਹ ਲੋਕ ਨੇ ਜਿਨ੍ਹਾਂ ਨੇ ਉਸ ਵਕਤ ਕਾਗਜ਼ ਵੀ ਨਕਲੀ ਬਣਾਏ ਹੋਏ ਸੀਗੇ, ਔਰ ਉਹਨਾਂ ਨੂੰ ਫਸਣਾ ਵੀ ਚਾਹੀਦਾ ਸੀਗਾ। ਮੈਂ ਤੇ ਕਹਿੰਦਾ ਜਿਨ੍ਹਾਂ ਨੇ ਕੰਮ ਹੀ ਗਲਤ ਕੀਤਾ ਤੇ ਫਿਰ ਗਲਤ ਕੰਮ ਦਾ ਰਿਜ਼ਲਟ ਵੀ ਗਲਤ ਹੈਗਾ। ਲੇਕਿਨ ਸਟ੍ਰੈਸ ਟੈਸਟ ਬਹੁਤ ਯੂਜ਼ਫੁਲ ਹੋਇਆ ਇਹਨਾਂ ਦਾ ਔਰ ਲੋਕੀ ਬਚ ਗਏ ਨੇ, ਅਦਰਵਾਈਜ਼ ਹਾਲਾਤ ਬੜੇ ਖਰਾਬ ਹੋ ਜਾਂਦੇ। ਬਿਲਕੁਲ ਆਈ ਐਪਰੀਸ਼ੀਏਟ ਵਾਟ ਯੂ ਆਰ ਸੇਇੰਗ ਸਰ ਜੀ। ठीक है जी, नेक्स्ट कॉल जी। हाँ जी गिरीश जी तुसी आंदे रहो, गिरीश जी को है। हाँ जी सबको नमस्कार है जी। पहले मेरे मोंगा साहब और सवाल जी से ये सवाल है, पहले कमेंट ये है कि इंटरेस्ट रेट कभी बढ़ेगा जी। अच्छा दूसरा ये कि ये मुझे आप लोग इतने लोगों से मिलते हैं, ये बताइए जो नई जनरेशन है ये बच्चे क्यों नहीं प्रोड्यूस कर रही, ये बताइए पहले तो। पॉपुलेशन क्यों जरूरत है ये बताइए। पूछ के आता हूँ जी मैं सबसे। नहीं हंसने की क्या बात सवाल, हंसने की बात ये है सर कि क्यों नहीं प्रोड्यूस कर रहे। मतलब कि अगले हम लोग अपने स्कूल में पढ़ा करते थे कि भाई
गरीब के यहाँ पर क्यों आबादी ज्यादा होती है, क्योंकि उनका एंटरटेनमेंट का कोई और तरीका नहीं है। ये हम लोग तो बड़े हैरान होते हैं 8वीं 9वीं क्लास में कि क्या इसका मतलब निकलता है, लेकिन आज समझ आ रहा है कि और भी बड़े तरीके हैं जिंदगी को ये नहीं कर रहे, पर इनकी थिंकिंग ही बदल गई, इनके विचार ही बदल गए लोगों की। मुझे समझ ही नहीं आती बात, मैं खुद इस बात से परेशान हूँ जी। ये विचार नहीं बदले हैं, ये जो पॉलिसी यहाँ पे हो गई, लोगों की जिंदगी इतनी मुश्किल हो गई है, इस वजह से वो नहीं कर रहे हैं प्रोड्यूस। ये मुझे इसके बारे में बताइए आप प्लीज। मैं हमें तो ये पता है जी, सॉरी हमें तो ये पता है जी कि हमारे लिए वहाँ पर ना ये आईजी सैजी ये जो आता है ना सोशल क्या कहते हैं इंटरनेट कुछ नहीं होता था। हमारा तो इंटरनेट होता था हमारे टीचर का या हमारे फादर का एक थप्पड़, उससे सारा इंटरनेट हमारा चल पड़ता था, अपने आप ही चल पड़ता था सब कुछ। अब जो है ना तब हम 7 बहन भाई थे और उसके लिए उन्होंने फ्री छोड़ा हुआ था और उनको एक माँ बाप पाल लेते थे। और आज एक बच्चे के लिए 2 माँ बाप हस्बैंड और वाइफ दोनों कम पड़ते हैं अपने एक बच्चे को संभालने के लिए। ये बाहर क्या जाते हैं, मैं अपने घर में ही ये चीजें देखता हूँ। मैं अपने बेटे को अपनी बेटी के यहाँ भी देखता हूँ कि एक बच्चे को पालने के लिए मेड भी है और उसके अलावा एक और हेल्प भी है, फिर फादर भी है, फिर मदर भी। वो एक बच्चा पालने के लिए उन्होंने पता नहीं क्या कर रखा है, ये तरीका ही बदल गया कुछ। आपकी बात में दम तो बहुत है सर। तो ओवरऑल सिचुएशन ही ऐसी बना दी गई है कि वो दो बंदा ना काम करे तो कुछ हो नहीं सकता, तो वो माँ भी काम करेगी तो फिर है ना। तो ये सिचुएशन, तो देश की हालत ऐसी खराब हो गई है। अच्छा ये बताइए मोगा साहब, अब तो जब बच्चे प्रोड्यूस हो रहे तो अपने टूडो साहब ने सरकार को तो चाइल्ड टैक्स नहीं देने की जरूरत नहीं है, राइट। 18 साल से ऊपर बच्चों को बुलाओ यहाँ पे, तो कितना पैसा बच जाएगा, चाइल्ड टैक्स नहीं देना पड़ेगा, ये बताइए। अच्छा मैं इस पॉइंट पे 1 मिनट पहले वाले पॉइंट पे 1 मिनट में कुछ ऐड करना चाह रहा हूँ कि कनाडा की जो पॉपुलेशन आपने कहा है कि वो कम क्यों हो रही है, उसका जो नंबर 1 रीजन है सर, उसका नंबर 1 रीजन ये है कि कनाडा में आज अगर 37 मिलियन की पॉपुलेशन है तो मैं आपसे पूछूंगा गिरीश जी कितने % लोगों ने शादी करवाई हुई है, कितने % लोग, एक आइडिया लगाइए। हाँ जी, पता नहीं, रफ आइडिया, कोई भी रफ आइडिया लगाइए, कितने % लोगों ने शादी करवाई होगी। तो बिना शादी के ही लोग रहते हैं जी, उसमें तो शादी नहीं है। हाँ चलो, वो लिव इन कपल भी उसको भी बीच में काउंट कर लें, कितने % लोग होंगे हु आर इन रिलेशनशिप, कमिटेड रिलेशनशिप, चाहे वो लिव इन है चाहे वो शादी है, कमिटेड रिलेशनशिप की बात कर रहा हूँ। एटलीस्ट 50% तो है जो 50% आपको लगता है? हाँ, अच्छा, आपको जानकर बड़ी हैरानी होगी कि सिर्फ 37% लोग इस समय कमिटेड रिलेशनशिप में, सिर्फ 37% लोग कमिटेड रिलेशनशिप में, बाकी रिलेशनशिप पे नहीं है। उससे भी मजेदार बात आपको बताता हूँ, अगर आप एज ग्रुप 25 to 29, मैं 20 से 25 की बात नहीं कर रहा, हमारे वहां तो कहते हैं जी 21 साल का लड़का हुआ शादी करो, 22 में करो, 24 में करो, छोड़ दो 21-22 में तो अब शादी का कंसेप्ट ही खत्म हो गया। जिनकी उम्र 25 साल से 30 साल है वो सिर्फ 20% लोगों ने शादी की है, 25 से 30, दैट्स इट। बाकी 80% में कोई कमिटेड रिलेशनशिप में नहीं है इस समय, जो 25 से 30 में है। सो कमिटेड रिलेशनशिप जो है उसकी जो नंबर है वो बहुत तेजी से जो कम होता चला जा रहा है कमिटेड। और अगर कोई कमिटेड रिलेशनशिप में है भी तो कल को उसको क्या पता कि उसकी शादी बचनी है कि नहीं बचनी, क्योंकि डिवोर्स रेट हाई हो गया। अब मैं अगले पॉइंट पर आ जाता हूँ। जब उनसे ये पूछा गया कि भाई आप शादी क्यों नहीं करवा रहे, सबसे ज्यादा जो आंसर आ रहा है वो कहते हैं करंट सिचुएशन इज फाइन, हम ठीक है ऐसे ही, हमें कोई कमिटेड रिलेशन नहीं चाहिए। ठीक है, नंबर 1 रीजन ये है। नंबर 2 रीजन है वो कहते हैं शादी पे इतना खर्चा क्यों करना, छोड़ो परे, हमें जरूरत नहीं है। नंबर 3 रीजन वो कहते हैं अगर हम चाहते हैं, एक पार्टनर चाहता भी है कि यार शादी करा लो, बच्चे करते हो, कहते हैं दूसरा पार्टनर नहीं चाहता, ये है। ठीक है, जो आपने रीजन दिया वो सिर्फ 2.5% है। आपने फाइनेंशियल इंडिपेंडेंस की बात की ना, वो पैसे की बात है, वो सिर्फ 2.5% रीजन बिल्कुल वो भी है कि पैसे के कारण वो कहते हैं जी बहुत ज्यादा दिक्कत आ रही है। कि 1.5% लोग कहते हैं कि हम इमोशनली कमिट ही नहीं होना चाहते, हम अपने इमोशंस को ऐसे कल को क्यों करें। ठीक है, तो आधा % ने ये भी कहा है कि रिलेशनशिप बड़ा फ्रेजाइल है जी, आज कमिट करेंगे किसी से, फिर शादी करेंगे, कल डिवोर्स होगा, तो आधा % ने ये भी कह दिया है। सो ये सारा सिचुएशन है जब लोग इंटरेस्ट। अब इमिग्रेंट्स का क्या है, जो इमिग्रेंट्स आते हैं वो फिर भी वहां से वो कहते हैं जी कोई शादी करके आ रहा है, कोई उनको फिर भी सिस्टम है अभी हमारी कंट्रीज में शादी ब्याह का, तो यहाँ पे आके वो शादी भी करते हैं, यंग भी हैं, टैक्स भी देंगे, इकोनॉमी भी कंट्रीब्यूट करेंगे। इस कारण जो बाहर से लोग आ रहे हैं उनको ज्यादा लाया जा रहा है। जी गो एट सर। जी मैं 10 में से कम से अगर 10 यंग कपल को मिलता हूँ ना, मैं उनमें से 8 ऐसे होंगे जिनमें मुझे यही नहीं समझ आता कि मैं इसको इसका हस्बैंड कहूँ या इसका बॉयफ्रेंड कहूँ। अच्छा, मुझे ये नहीं पता चलता कि शादीशुदा है कि ये बॉयफ्रेंड गर्लफ्रेंड है, यही नहीं समझ आती। अब कहने से पहले मैं फिर कई बार पूछ लेता, जो ज्यादा क्लोज होते हैं कहते जो मर्जी कह लो,
जो मर्जी कह लो, दोनों में जो मर्जी कह लो, जो मर्जी कह लो। मतलब कि वो मैं बहुत हैरान होता हूँ हमारे ऑफिस में भी, हमारे जान पहचान वालों में भी, कि यही कंफ्यूजन बनी रहती है कि ये है क्या इसके साथ रिश्ता दोनों। मजेदार गल एक होर भी है थे, मैं मेरे नाल की होंदा सुखबीर जी, मेरे सामने दोनों आके बैठे ने, मैं इंश्योरेंस क्योंकि सान तां पुछना पैंदा बेनिफिशियरी कौन है, तो 20% होंगे जेडे कहणगे अच्छा माय गर्लफ्रेंड, ठीक है, नाल गर्लफ्रेंड बैठी है, वो लिख दो। नॉर्मली 80% बेनिफिशियरी आपदे पेरेंट्स आपदे ब्रदर ਨੂੰ ਲਿਖਵਾ ਕੇ ਚਲੇ ਜਾਂਦੇ ਨੇ, ਇਕੱਠੇ ਰਹਿ ਰਹੇ ਨੇ। अच्छा इकट्ठे कट्ठे रह रहे ने। अच्छा, बेनिफिशियरी मेरे सिस्टर है, मेरा ब्रदर है, मेरा 80% लोग इस तरह ने मिलन के साथ सिर्फ 20 सर नंबर 1 चीज जो पीके जी ने भी कहती है, तुसी भी कहती है, नंबर 1 चीज जिहड़ी है वो कमिटमेंट जिहड़ी है ना, कमिटेड रिलेशनशिप, वो हौली 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 बहुत घटदा चला जा रहा है। लोग नहीं, मतलब यूथ कह लो, कोई कह लो, जिहड़े आने वाले यूथ यंगस्टर है, वो कमिटेड रिलेशनशिप नहीं चाहता। वो कहता नहीं, वो ठीक है, दैट इज अ थिंग ऑफ द पास्ट। तो जो कमिटेड रिलेशनशिप ही नहीं है, फिर इंश्योरेंस भी अपनी लेनी है, घर भी अपने हिसाब से देखना है। सर नहीं, घर के बर्बाद सुनो, बड़ी इंटरेस्टिंग। मैं जब पूछता हूँ कि तुम एक्चुअल रहते कहाँ हो, जो मेरे ज्यादा क्लोज हो, हर एक से तो आदमी पूछ भी नहीं सकता, तुम एक्चुअल रहते कहाँ हो, तो हंस पड़ते हैं। बस ये हमारा कोई एक ठिकाना नहीं है, कभी मेरे मम्मी पापा के यहाँ, कभी इसके मम्मी पापा के यहाँ, कभी उसके यहाँ, कभी उसके यहाँ, कोई ठिकाना ही नहीं है। मतलब मुझे ये मैंने फ्रैंकली पूछा, विद ड्यू रिस्पेक्ट टू दोज यंग कपल्स, मतलब पूरी इज्जत करता हूँ उस बात की, मैं ट्रेंड की चेंज मैंने पूछा एक दिन हंसते खेलते ग्रुप के अंदर पूछा, जो बहुत क्लोज थे, इसीलिए भाई एक्चुअली तुम रहते कहाँ हो, तो हंस के जवाब मिला बस जी इधर उधर कहीं भी रह लेते हैं, कभी मेरे मम्मी पापा के यहाँ, कभी इसके मम्मी पापा के यहाँ, कभी इधर कभी उधर। मतलब हद है यार, है? और हो सकता है दे आर मच मोर इंटेलिजेंट एंड शार्पर देन अस, उनकी सोच हमसे ज्यादा अच्छी हो, पर तो मैं अपनी छोटी सी बुद्धि के हिसाब से मैं हैरान होता हूँ, सीधी सी बात। नहीं, मैं भी सॉरी जरूर इत्थे पा दवां ये पॉइंट में अपना, कि असी ये गल नहीं कर रहे कि जी ये कोई ठीक है या गलत है। हाँ, नो वी आर नॉट सेइंग कि राइट है, क्योंकि तुहाडा सवाल आया सीगा गिरीश जी कि पॉपुलेशन क्यों घट रही है, मैं ਉਹਦਾ सिर्फ ਤੁਹਾਨੂੰ एक आंसर फैक्चुअली, क्योंकि ਸਾਡੇ ਕੋਲ ਨੰਬਰ ਆਉਂਦੇ ਰਹਿੰਦੇ ਆ ਲੋਕਾਂ ਦਾ ਵਿਆਹ ਕਰਾਂ ਚ, ਕਿਉਂਕਿ ਇਹ ਬਹੁਤ ਅੱਜ ਹੁਣ ਆਪਣੀ ਕਮਿਊਨਿਟੀ 'ਚ ਬਹੁਤ ਸਾਰੇ ਲੋਕਾਂ ਦਾ ਇਹ ਕੁਐਸਚਨ ਆਉਂਦਾ ਹੈ ਕਿ ਸਾਡਾ ਬੱਚਾ 30 ਸਾਲ ਦਾ ਹੋ ਗਿਆ, 35 ਸਾਲ ਦਾ ਹੋ ਗਿਆ, ਬਾਕੀ ਸਭ ਠੀਕ ਹੈ, ਵਿਆਹ ਨਹੀਂ ਕਰ। ਮੈਂ ਤੇ ਵੈਸੇ ਮੈਨੂੰ ਪੀਕੇ ਜੀ ਬੜੇ ਭਰਾ ਨੇ, ਸ਼ਾਇਦ ਦੱਸਣਗੇ ਮੈਂ ਠੀਕ ਕਹਿੰਦਾ ਉਹਨਾਂ ਨੂੰ ਕਿ ਨਹੀਂ ਕਹਿੰਦਾ। ਮੈਂ ਉਹਨਾਂ ਨੂੰ ਕਹਿੰਦਾ ਕਿ ਜਦ ਤੁਸੀਂ 50 ਤਾਰੀਫਾਂ ਦੇ ਪੁੱਲ ਬੰਨ ਦਿੱਤੇ ਆ ਵੀ ਬੱਚਾ ਤੁਹਾਡਾ ਜੀ ਬਹੁਤ ਨੌਕਰੀ ਕਰ ਗਿਆ, ਆਪਣਾ ਘਰ-ਬਾਰ ਵੀ ਲੈ ਲਿਆ, ਜਿੱਦਾਂ ਕਰ ਲਿਆ ਉਦਾਂ ਕਰ ਲਿਆ, ਫਿਰ ਜੇ ਨਹੀਂ ਵੀ ਵਿਆਹ ਕਰਾ ਰਿਹਾ, ਤੁਸੀਂ ਕਿਉਂ ਆਪਣੀ ਟੈਨਸ਼ਨ ਲਈ ਇੰਨੀ ਜ਼ਿਆਦਾ? ਜੇ ਕਰਾਣਾ ਹੋਏਗਾ ਕਰਾ ਲਏਗਾ बस। हाँ, अब सर मैंने होना ही हार्डली 4-5 महीने पहले मैंने होने ही किसी ने किया, बड़े क्लोज जानदार वाले बच्चे ने, कि अंकल मैं अगले साल आप अपने आप को फ्री रखना, फरवरी में मैं शादी कर रहा हूँ। मेरे पैरों में ये जमीन निकल गई, क्योंकि कई सालों से मैं देख रहा हूँ ये रह रहा, मैं तो उसी भाई समझता था उसको। तो मैंने कहा शादी कर रहा, अभी क्या था? कहते नहीं अभी तक तो हम इकट्ठे रहते, अब उसको फॉर्मली शादी कर रहे हैं। सिर्फ हफ्ता पहले, 10 दिन पहले मैंने कहा फरवरी की डेट बताओ क्या है? कहता नहीं वो हमने कैंसिल कर दिया है, अभी तक हमारे अंदर कॉन्फिडेंस नहीं आया। बताओ, अभी भी कॉन्फिडेंस नहीं आया साला, वो भी कैंसिल कर दिया जो फरवरी में शादी हो रही थी। मोंगा साहब से सवाल है। हाँ जी, मोंगा साहब से सवाल। मोंगा साहब ये बताइए, अभी ये क्या ये देश की इकोनॉमी ऐसी चलेगी, लोग बाहर से इमिग्रेंट आएंगे, पैसा लेके आएंगे और तभी ऐसे ही चलेगा? फिर यही बता दीजिए। थैंक यू सो मच। कोई इंडस्ट्री नहीं आ रही, कोई मैन्युफैक्चरिंग नहीं बढ़ रहा, कुछ नहीं है, बस यही पूछना। थैंक यू सो मच। नहीं सर, हमें इन्हीं क्वेश्चन को चाहिए, हमने कई बार ये चीजें डिस्कस कर ली है, मेरे ख्याल ऑलमोस्ट एवरी 2-3 वीक्स के बाद ये क्वेश्चन आ जाता है। हमारे पास लोग नहीं हैं यहाँ पे जो काम कर सकें, जो टैक्सेस भर सकें, इकोनॉमी चला सकें, क्योंकि बहुत लोग, मैं हर बार ये एक्सप्लेन करता हूँ, 2016 वाज द ईयर when we call it grey shift, मतलब हमारे पास 65 से एज से ज्यादा के लोग ज्यादा हैं देन 18 साल से कम के लाइक इतने नहीं है हमारे पास लोग। सो हमें लोग चाहिए बाहर से जो यहाँ आके कर सके, जो काम करें यहाँ आके, अदरवाइज ऊपर वाले निकलते चले जाएंगे। वो मेडिकल सिस्टम पे भी हैं, वो ओल्ड एज सिक्योरिटी पे भी हैं, पेंशन चल रही हैं उनकी, सारा कुछ चल रहा है, लेकिन नीचे काम करने वाले लोग अगर हम बाहर से लाएंगे नहीं तो मिलेंगे नहीं। सो हमारी इकोनॉमी को चलाने के लिए हमें इमिग्रेशन की ज्यादा जरूरत है, या आपका जो क्वेश्चन था वो, या बच्चे पैदा करने की जरूरत है इस कंट्री में, बस। सर पहले क्या होता था, पहले जमाने में क्या होता था, बुजुर्ग घर का थप्पड़ मार के कहता था इधर बैठ जा,
जाने की सोचना भी मत, और मेरे को तू बुढ़ापे में पालेगा भी, संभालेगा भी, इज्जत से बात करेगा, टोन नहीं बदलेगा। और डर लगता था पेरेंट्स के सामने आते वक्त, डर लगता था कि, और अब आज पेरेंट्स को डर लगता है कि हमें क्या बोल दें। आज की थिंकिंग ये हो गई है कि दोज पेरेंट्स आर स्टूपिड हु एक्सपेक्ट ग्रेटिट्यूड फ्रॉम देयर चिल्ड्रन। पहले क्या होता था, ये मेरा हक है कि मुझे चाहिए, मैं फादर हूँ, मैं मदर हूँ, तुम करोगे, कैसे नहीं करोगे। सोच ही बदल गई, बिल्कुल सोच बदल गई। अच्छा जी, बड़ा इंटरेस्टिंग क्वेश्चन है राहुल जी ਵੱਲੋਂ। हाँ जी, राहुल जी ਵੱਲੋਂ ਤੁਹਾਡੇ ਲਈ इंटरेस्टिंग क्वेश्चन है। वो ये कह रहे हैं, सर प्लीज आस्क पंकज जी, मेजर टेक कंपनीज लाइक ट्विटर, Meta, they are downsizing massively. What does it mean for general economy in the next 6 to 8 months, and what should a common person do accordingly? ਅਸੀਂ ਆਪਣੇ ਲਿਸਨਰਸ ਦੇ ਬੈਨੀਫਿਟ ਲਈ ਪੰਜਾਬੀ ਚ ਵੀ ਮੈਂ ਦੱਸ ਦਿੰਦਾ, ਜਸਟ ਇਨ ਕੇਸ, ਕਿ ਉਹਨਾਂ ਨੇ ਪੰਕਜ ਸਾਹਿਬ ਨੂੰ ਸਵਾਲ ਪੁੱਛਿਆ ਹੈ ਕਿ ਜਿਹੜੀਆਂ ਬੜੀਆਂ ਟੈਕ ਕੰਪਨੀਆਂ ਨੇ, ਚਾਹੇ ਟਵਿੱਟਰ ਹੈ, ਮੈਟਾ ਹੈ, ਜਿਹੜੀ ਕਿ ਫੇਸਬੁੱਕ ਦੀ ਪੇਰੈਂਟ ਕੰਪਨੀ ਹੈ, ਅੱਜ ਉਹਨਾਂ ਨੇ 11,000 ਬੰਦੇ ਲੇ ਆਫ ਕਰ ਦਿੱਤੇ, ਤਕਰੀਬਨ 13% ਵਰਕਫੋਰਸ ਸਮਝ ਲਓ ਕਿ ਉਹਨਾਂ ਨੇ ਲੇ ਆਫ ਕਰ ਦਿੱਤੀ ਹੈ। ਔਰ ਟਵਿੱਟਰ ਨੇ ਆਪਣੀ 50%, ਬਹੁਤ ਵੱਡਾ ਨੰਬਰ ਹੈ, 50% ਵਰਕਫੋਰਸ ਰੀਸੈਂਟਲੀ ਉਹਨਾਂ ਨੇ ਲੇ ਆਫ ਕਰ ਦਿੱਤੀ ਸੀ। ਉਹ ਕਹਿੰਦੇ ਵੀ ਅਗਲੇ 6 ਤੋਂ 8 ਮਹੀਨੇ ਕੀ ਇਸੇ ਤਰ੍ਹਾਂ ਹੋਏਗਾ, ਔਰ ਜੇ ਹੋਏਗਾ ਕੁਝ ਇਹਦੇ ਮੈਸਿਵ ਲੇ ਆਫ ਹੋਣਗੇ ਤਾਂ ਸਾਨੂੰ ਇਹਦੀ ਕੀ ਤਿਆਰੀ ਕਰਨੀ ਚਾਹੀਦੀ ਹੈ? ਜੀ ਪੰਕਜ ਜੀ। ਵੈਰੀ ਨਾਈਸ ਕੁਐਸਚਨ। ਓਕੇ, ਇਹਦੇ ਵਿੱਚ ਕੀ ਹੋ ਰਿਹਾ ਹੈ? ਦੇਖੋ ਹੁਣ ਕੀ ਹੋਇਆ ਸੀਗਾ 2008 ਤੋਂ ਪਹਿਲਾਂ ਟੈਕ ਇੰਨਾ ਹੈਵੀ ਨਹੀਂ ਸੀਗਾ। ਤੁਹਾਨੂੰ ਯਾਦ ਹੋਏਗਾ 2000 ਚ ਜਦੋਂ ਟੈਕ ਇੱਕ ਵਾਰੀ ਚੜਿਆ ਸੀਗਾ, ਟੈਕ ਬਬਲ ਹੋਇਆ ਸੀ, ਐਨਰੋਨ ਵਗੈਰਾ ਜਿਹੜੇ ਸਾਰੇ ਖਤਮ ਹੋ ਗਏ ਸੀਗੇ। ਉਸ ਤੋਂ ਬਾਅਦ ਜਿਹੜੇ ਲੀਡਰ ਬਣ ਗਏ ਸੀਗੇ, ਉਹ ਲੀਡਰ ਇੰਡਸਟਰੀ ਮੈਨੂਫੈਕਚਰਿੰਗ ਬਣ ਗਿਆ ਸੀਗਾ। ਸੋ 2008 ਤੱਕ ਉਹ ਫਾਈਨੈਂਸ਼ੀਅਲ ਵੀ ਉਹਦੇ ਚ ਬਹੁਤ ਜ਼ਿਆਦਾ ਇਨਵੋਲਵ ਸੀਗਾ। ਸੋ ਉਹ ਲੀਡਰ ਬਣ ਕੇ ਰਹੇ ਸੀਗੇ ਉਸ ਵੇਲੇ, ਉਸ ਟਾਈਮ ਦੇ। ਉਸ ਤੋਂ ਬਾਅਦ 2008-9 ਤੋਂ ਬਾਅਦ ਜਦੋਂ ਰਿਸੈਸ਼ਨ ਆਇਆ, ਫਾਈਨੈਂਸ਼ੀਅਲ ਇੰਡਸਟਰੀ ਸਭ ਤੋਂ ਜ਼ਿਆਦਾ ਥੱਲੇ ਚਲੀ ਗਈ, ਉਹ ਆਪਦੀ ਲੀਡਰਸ਼ਿਪ ਨੂੰ ਲੂਜ਼ ਕਰ ਗਈ। ਉਸਨੇ ਉਸ ਇੰਡਸਟਰੀ ਚ ਜ਼ਿਆਦਾ ਲੇ ਆਫ ਹੋਏ ਸੀਗੇ। ਸੋ ਉਸ ਤੋਂ ਬਾਅਦ ਧੀਰੇ ਧੀਰੇ ਟੈਕਨੋਲੋਜੀ ਨੇ ਵਧਣਾ ਸ਼ੁਰੂ ਕੀਤਾ। ਤੁਹਾਨੂੰ ਧਿਆਨ ਹੋਏਗਾ ਫੇਸਬੁੱਕ ਸ਼ੁਰੂ ਹੋ ਗਿਆ ਜੀ, ਇਹ ਸਾਰੀਆਂ ਚੀਜ਼ਾਂ ਨਵੀਆਂ ਆਉਣੀਆਂ ਸ਼ੁਰੂ ਹੋ ਗਈਆਂ, ਇੰਸਟਾਗ੍ਰਾਮ ਆ ਗਿਆ, ਉਸ ਤੋਂ ਬਾਅਦ ਧੀਰੇ ਧੀਰੇ ਨੈਟਫਲਿਕਸ ਆ ਗਿਆ, ਡਿਜ਼ਨੀ ਆ ਗਿਆ, ਡਿਜ਼ਨੀ ਹੌਲੈਂਡ, HBO ਸਭ ਕੁਝ ਸਟ੍ਰੀਮਲਾਈਨ ਚੱਲਣਾ ਸ਼ੁਰੂ ਹੋ ਗਿਆ, ਤੁਸੀਂ ਲਾਈਵ ਦੇਖਣਾ ਸ਼ੁਰੂ ਕਰ ਦਿੱਤਾ। 2020 ਪੈਂਡੈਮਿਕ ਨੇ ਇਸ ਟੈਕਨੋਲੋਜੀ ਨੂੰ 10 ਸਾਲਾਂ ਦਾ ਵਧਾ ਦਿੱਤਾ। 1 ਸਾਲ ਚ ਇਹ ਗਰੋਥ 10 ਸਾਲ ਦੀ ਗਰੋਥ ਲੈ ਗਏ ਸੀਗੇ। ਹੁਣ ਕੀ ਹੋ ਰਿਹਾ ਹੈ, ਇਸ ਰਿਸੈਸ਼ਨ ਤੋਂ ਬਾਅਦ ਹੁਣ ਟੈਕਨੋਲੋਜੀ ਕੰਪਨੀਆਂ ਆਪਦੀ ਉਹ ਲੀਡਰਸ਼ਿਪ ਜਿਹੜੀ ਸੀਗੀ ਇਸ ਇਕੋਨਮੀ ਤੇ ਉਹ ਲੂਜ਼ ਕਰਦੇ ਜਾ ਰਹੇ ਨੇ ਇਸ ਵੇਲੇ। ਹੁਣ ਜਿਹੜੀ ਲੀਡਰਸ਼ਿਪ ਦੁਬਾਰਾ ਤੋਂ ਆਉਂਦੀ ਦਿਖਦੀ ਪਈ ਹੈ ਸਾਨੂੰ, ਹੁਣ ਐਨਰਜੀ ਸੈਕਟਰ 'ਚ ਜ਼ਿਆਦਾ ਆ ਰਹੀ ਹੈ। ਹੁਣ ਉਹ ਜਿਹੜੀਆਂ ਨੇ ਉੱਥੇ ਅਸੀਂ ਜ਼ਿਆਦਾ ਇਨਵੈਸਟਮੈਂਟ ਦੇਖਾਂਗੇ, ਜਿਹੜੀਆਂ ਕਿ ਅਸੀਂ ਦੇਖਣੀਆਂ ਸ਼ੁਰੂ ਕਰ ਦਿੱਤੀਆਂ ਨੇ। ਕਲੀਨ ਐਨਰਜੀ, ਇਹ ਸਾਰੀਆਂ ਚੀਜ਼ਾਂ ਸ਼ੁਰੂ ਹੋ ਗਈਆਂ ਨੇ। ਸੋ ਉਹਦੇ 'ਚ ਕਾਫੀ ਇਨਵੈਸਟਮੈਂਟ ਹੋਣਗੀਆਂ ਆਉਣ ਵਾਲੇ ਟਾਈਮ। ਸੋ ਇਹ ਮੰਨ ਕੇ ਚੱਲੋ ਇਕੋਨਮੀ 'ਚ ਜਦੋਂ ਵੀ ਰਿਸੈਸ਼ਨ ਆਉਂਦਾ ਹੈ ਜਾਂ ਵੱਡਾ ਜੋ ਵੀ ਚੀਜ਼ ਹੁੰਦੀ ਹੈ, ਇਸ ਤਰ੍ਹਾਂ ਦੀ ਇਨਫਲੇਸ਼ਨ ਹੋ ਗਈ, ਕੁਛ ਨਾ ਕੁਛ ਸੈਕਟਰ ਜਿਹੜੇ ਹੁੰਦੇ ਨੇ ਉਹ ਆਪਦੀ ਲੀਡਰਸ਼ਿਪ ਨੂੰ ਲੂਜ਼ ਕਰਦੇ ਨੇ। ਸੋ ਟੈਕ ਕੰਪਨੀਆਂ, ਮੈਟਾ ਜਿਹੀਆਂ ਕੰਪਨੀਆਂ ਜਿਹੜੀਆਂ ਕਿ ਓਵਰ ਵੈਲਿਊ ਸੀਗੀਆਂ। ਟਵਿੱਟਰ ਦੀ ਤਾਂ ਸਟੋਰੀ ਅਲੱਗ ਹੈ। ਟਵਿੱਟਰ ਤਾਂ ਐਲਨ ਮਸਕ ਜੀ ਆਪਦੇ ਹਿਸਾਬ ਨਾਲ ਕਰਦੇ ਪਏ ਨੇ, ਲੇਕਿਨ ਉਹਨਾਂ ਦੀ ਟੈਸਲਾ ਅਗਰ ਤੁਸੀਂ ਦੇਖੋ ਈਅਰ ਟੂ ਡੇਟ ਅੱਜ ਤੱਕ 53% ਉਹਨਾਂ ਦਾ ਸ਼ੇਅਰ ਡਾਊਨ ਹੈ, ਅੱਧੇ ਤੋਂ ਜ਼ਿਆਦਾ ਉੜ ਗਿਆ ਉਹਨਾਂ ਦਾ ਵੈਲਿਊ ਜਿਹੜੀ ਸੀਗੀ। ਔਰ ਸੋ ਇਹ ਜਿਹੜੀਆਂ ਚੀਜ਼ਾਂ ਜਿਹੜੀਆਂ ਓਵਰ ਵੈਲਿਊ ਚਲੀਆਂ ਗਈਆਂ ਸੀਗੀਆਂ, ਉਹ ਕੰਪਨੀਆਂ ਹੁਣ ਮਾਰ ਖਾ ਰਹੀਆਂ ਨੇ। ਲੇਕਿਨ ਐਪਲ ਜਿਹੜੀਆਂ ਕੰਪਨੀਆਂ ਮਾਰ ਨਹੀਂ ਖਾ ਰਹੀਆਂ ਨੇ, ਕਿਉਂਕਿ ਉਹਨਾਂ ਦਾ ਪ੍ਰੋਡਕਟ ਹੈ ਉਸੇ ਲੈਵਲ ਤੇ ਬੈਠੀਆਂ ਨੇ, ਉਸੇ ਤਰ੍ਹਾਂ ਚੱਲਦੀਆਂ ਪਈਆਂ ਨੇ, ਉਹ ਪ੍ਰੋਫਿਟ ਕਮਾ ਰਹੀਆਂ ਨੇ ਔਰ ਚੱਲਦੀਆਂ ਰਹਿਣਗੀਆਂ। ਸੋ ਟੈਕ ਪੂਰਾ ਨਹੀਂ ਮਰੇਗਾ ਇਹਦੇ 'ਚ, ਲੇਕਿਨ ਬਹੁਤ ਸਾਰੀਆਂ ਕੰਪਨੀਆਂ ਨੂੰ ਇਫੈਕਟ ਆਏਗਾ। तो ਸਾਨੂੰ ਇਹ ਦੇਖਣਾ ਹੈ ਇਕੋਨਮੀ ਨੇ ਤਾਂ ਉੱਪਰ ਜਾਣਾ ਹੀ ਜਾਣਾ ਹੈ ਵਾਪਸ, ਇਹ ਮੰਨ ਕੇ ਚੱਲੋ ਤੁਸੀਂ। ਹੋਰ 6 ਮਹੀਨੇ ਸਾਲ ਰਿਸੈਸ਼ਨ ਚਲੇ ਜਾਣਗੇ। ਫਿਰ ਜਦੋਂ ਇਹ ਮੰਨ ਕੇ ਚੱਲਿਆ ਜੇ ਜਦੋਂ ਬੇਅਰ ਮਾਰਕੀਟ ਆਉਂਦੀ, ਜਿਵੇਂ ਸਟਾਕ ਮਾਰਕੀਟ ਥੱਲੇ ਗਿਰੀ ਹੈ, ਇਹ ਬੇਅਰ ਮਾਰਕੀਟ ਹਮੇਸ਼ਾ ਸ਼ਾਰਟ ਹੁੰਦੀ ਹੈ, ਲੇਕਿਨ ਜਿਹੜੀ ਬੁਲ ਮਾਰਕੀਟ ਹੁੰਦੀ ਹੈ ਉਹ ਜ਼ਿਆਦਾ ਲੰਬੀ ਚੱਲਦੀ ਹੈ। ਸੋ ਬੇਅਰ ਮਾਰਕੀਟ ਤੁਸੀਂ ਇਹ ਮੰਨ ਲਓ ਸਾਲ 1.5 ਸਾਲ ਇਸ ਰੇਂਜ 'ਚ ਚੱਲ ਕੇ ਖਤਮ ਹੋ ਜਾਂਦੀ ਹੈ, ਲੇਕਿਨ ਜਦੋਂ ਬੁਲ ਸ਼ੁਰੂ ਹੁੰਦੀ ਹੈ ਉਹ 4, 5, 6 ਸਾਲ ਵੀ ਨਿਕਲ ਜਾਂਦੇ ਨੇ ਉਹਦੇ 'ਚ। ਸੋ ਉਸੇ ਤਰ੍ਹਾਂ ਚੱਲਦੀ ਰਹਿੰਦੀ। ਸੋ ਇਕੋਨਮੀ ਨੇ ਉੱਪਰ ਜਾਣਾ ਹੈ, ਲੇਕਿਨ ਟੈਕ ਸੈਕਟਰ ਇਸ ਵੇਲੇ ਆਪਦੀ ਲੀਡਰਸ਼ਿਪ ਲੂਜ਼ ਕਰ ਰਿਹਾ ਪਰ ਜੀ। ਠੀਕ ਹੈ ਜੀ। ਅਗਲਾ ਸਵਾਲ ਪੀਕੇ ਜੀ ਤੁਹਾਡੇ ਲਈ ਹੈ। ਅਗਲਾ ਸਵਾਲ ਜੀ। ਹਾਂਜੀ, ਇਹ ਇਹਨਾਂ ਨੇ ਕਾਫੀ ਡਿਟੇਲ ਦੇ ਵਿੱਚ ਕੁਐਸਚਨ ਪੁੱਛਿਆ ਹੈਗਾ ਤੁਹਾਡੇ ਵਾਸਤੇ। ਇੱਕ ਮਿੰਟ ਜੀ। question for PKG. My tenant signed N11 to leave the property on December 31st, 2022 and to pay all the outstanding rent. Now she said she filed bankruptcy and is saying that she has no money to pay rent and will not be moving out as the rental market is high.
We submitted form L3 and L9 in October 2022, but LTB is saying we have to wait till 8 months to get an update. What we can do in this situation? She has disconnected the communication and keeps saying I am harassing her when I send message to for the rent. लो जी लेडी जब ये कह रहे I am harassing her फिर तो होरी चक्कर पै गया जी। नहीं वो कर ही नहीं सकता ना जी, शी इज राइट, कैनेडा इज राइट, तुझे उन्हें कांटेक्ट नहीं कर सकते नहीं जल्दी जल्दी। वो बिल्कुल ठीक कह रही है, हैरेसमेंट का तौर पर और सूट पा देंगे। पहली गल तो मैं ना भाई साहब इस गल तो हो रहा ना, इससे पहले मैं डिस्क्लेमर दे गया कि मैं लॉयर नहीं है, ना मैं पैरालीगल है, इस करके मैं अपने पर्सनल ओपिनियन दे रहे हैं। यू हैव टू कॉन्टैक्ट ए लॉयर। मैं पहले डिस्क्लेमर क्योंकि मैं कहूँ पीके जी ने यह कहता सीगा आउट ऑफ माई एक्सपीरियंस जो इन्होंने N3 दिता सा नोटिस टू इंक्रीज द रेंट, ਜਿਹੜਾ N3 ਸੀਗਾ ਐਸ ਪਰ LTB ਬੋਰਡ ਨੇ ਸਾਨੂੰ ਦਿੱਤਾ ਸੀ N3 ਸੀਗਾ ਕਿਉਂਕਿ ਇੱਕ ਹੁੰਦਾ N2 ਜਿਹਦੇ ਅੰਦਰ ਪਾਰਸ਼ਲ ਕਰ ਸਕਦੇ ਹੋ ਅਗਰ ਤੁਹਾਡਾ ਕਾਰ ਜਿਹੜਾ ਹੈਗਾ 2018 ਦੇ ਬਾਅਦ ਰਜਿਸਟਰ ਹੋਇਆ ਹੈਗਾ ਤੇ ਇਸ ਕਰਕੇ N3 ਮੈਨੂੰ ਸਮਝ ਨਹੀਂ ਆਈ N3 ਦਾ ਕੀ ਕਾਰਨ ਸੀਗਾ। ਕੋਈ ਕੇਅਰ ਸਰਵਿਸਿਜ਼ ਵਗੈਰਾ ਹੋ ਰਹੀ ਸੀ, ਕੁਝ ਮੀਲ ਸ਼ੀਲ ਇਨਕਲੂਡ ਸੀ ਕਿਉਂਕਿ N3 ਨੋਟਿਸ ਮੈਨੂੰ ਕੁਝ ਟੇੜਾ ਮੇੜਾ ਨਜ਼ਰ ਆ ਰਿਹਾ। ਅਦਰਵਾਈਜ਼ N1 ਦਿੱਤਾ ਜਾਂਦਾ ਹੈਗਾ ਰੈਗੂਲਰ ਦੇ ਅੰਦਰ, ਇਹਨਾਂ ਨੇ N3 ਕਿਉਂ ਦਿੱਤਾ ਮੈਨੂੰ ਪਤਾ ਨਹੀਂ ਹੈਗਾ, ਹੋ ਸਕਦਾ ਅਗਲੀ ਗੱਲ ਹੋਏਗੀ। ਦੂਜੀ ਗੱਲ ਹੈਗੀ ਕਿ ਇੰਨਾ ਜ਼ਿਆਦਾ ਕਿਉਂ ਰੁਕ ਗਏ ਜੀ 8 ਮਹੀਨੇ ਜੋ ਕਹਿ ਰਹੇ ਹੋ ਤੁਸੀਂ, ਸਵਾਲ ਹੀ ਉੱਠਦਾ। अगर मेरा टेनेंट मैनू एक हफ्ता रेंट डिले हो जाता है, एक हफ्ता उन्होंने नोटिस चला जाता जी, मेरे सीधी जी गल है N4 नोटिस इमीडिएटली चला जाता, मैं करता ही नहीं। मेरा हूँ एक टेनेंट वेरी नाइस टेनेंट ईरान शादी करने वास्ते गया सीगा, पहली तरीक नूं ਉਹਦਾ ਪੈਸਾ 31 ਨੂੰ ਟ੍ਰਾਂਸਫਰ ਹੋ ਜਾਂਦਾ ਸੀ ਮੇਰੇ ਅਕਾਊਂਟ ਵਿੱਚ। ਪਹਿਲੀ ਤਰੀਕ ਨੂੰ ਜੀ ਸਿਸਟਰ ਦਾ ਮੈਨੂੰ ਫੋਨ ਆਇਆ, ईरानियन ਹੈਗੇ ਨੇ, ਕਿ ਮਾਈ ਬ੍ਰਦਰ ਇਜ਼ ਇਨ ਮੈਰਿਜ, ਪਲੀਜ਼ ਕੈਨ ਯੂ ਵੇਟ ਫॉर 1 ਵੀਕ ਕਿਉਂਕਿ ਉੱਥੋਂ ਪੈਸਾ ਟ੍ਰਾਂਸਫਰ ਨਹੀਂ ਹੋ ਪਾ ਰਿਹਾ। I felt so happy. देखो बेटा no worries at all. He is such a nice boy and my compliment to him for his marriage. Take your time. क्योंकि मैंने पता कई सालों टाइम से दे रहेगा। तो उन मैंने परसों पैसा ट्रांसफर हो गया मेरे अकाउंट में, आज की तारीख से 9-7 तरीक को ट्रांसफर हो गया। सवाल है कि तुम ये देखना कि तुम्हारा टेनेंट ने अगर इतना लेट किया तो तुम्हारी गलती है। अगली अगर बैंक्रप्सी चलेगी तो की कर सकते, कुछ भी नहीं कर सकते नथिंग। लेकिन LTB के अंदर जो एवरेज केसेज ने 6-6, 7-7, 8-8 महीने की डेटा मिल रही है, तो कुछ नहीं कर सकते। उन्होंने यह नहीं किया कि 8 महीने से रुको, उन्होंने किया है कि डेट ही 6-7-8 महीने की तुम्हें मिल रही है, इससे ज्यादा कुछ नहीं कर सकते। तुसी कोई एमरजेंसी के अंदर तुसी अपने लॉयर ने मिलके उन्होंने कहो कि भी नहीं मैं बैंकरप्ट हो जाऊंगा, मैंने जल्दी डेट इन्हें वोकेट कर अंदर देता जाए, तुसी एक अर्जी पाओ अपने लॉयर ने मिलके ताकि भाई मैंने किराया नहीं मिल रहा, इट इज एमरजेंसी। एक रेगुलर केस है जिसके अंदर तुहानू रेंट मिल रहा है, फिर 8 महीने मैंने रोक लो तुसी, लेकिन मैंने रेंट भी नहीं मिल रहा, जिस तरह थोड़ी एप्लीकेशन जाएगी तो उन्हें जल्दी डेट मिल जाएगी जी। ठीक है जी। अच्छा जी, अगला सवाल पीके जी, ये भी अच्छा इन्होंने क्या है कि नॉट टू इंक्रीज रेंट इविक्शन नोटिस दिता सी L3 L9 टू पे रेंट ये दिता सी इन्होंने L3। अच्छा मैं N3 समझ रहा सी इन्होंने N3 इविक्शन नोटिस दिता सी ऑन व्हाट बेसिस टू पे रेंट नहीं थी ना दे रहे, वो कह रहे वो कहते थे बैंक्रप्सी होगी ना, वो कैसे बैंक्रप्सी होगी। हाँ जी ठीक है, वही हाँ ठीक है, उन्होंने ठीक है चला गया, लेकिन उन्होंने वही गल मेरी वापस आ जाती है कि इन्होंने एक और एप्लीकेशन देनी पेगी कितना पुराना रेंट हो गया। अगर रेंट टाइम से देरी होंगी तो फिर तो 8 महीने डेट 7-8 महीने डेट दे देंगे LTB। अगर रेंट ही नहीं आ रहा तो इन्होंने एमरजेंसी एक्ट के अंदर इमरजेंसी तो एक एप्लीकेशन फिर दोबारा पानी पेगी कि जल्दी मेरी डेट दी जाए क्योंकि मैं खुद ही बैंकरप्ट हो जाऊंगा नहीं तो। ठीक है। अच्छा अगला सवाल है पीके जी लिया, माय क्वेश्चन कैन यू आस्क प्लीज, फ्यू मंथ्स बैक हाउसेज एक्सपेंसिव टू बाय बट नाउ हाउसेज केम डाउन $200,000 to $300,000, 2 लाख तो 3 लाख थले आ गए जी, बट वो कह रहे हैं हजे भी लोग जेडे बाय नहीं कर पा रहे क्योंकि वो क्वालीफाई नहीं कर पा रहे मॉर्गेज लिए। इन्हां हालातां च तुसी रियल एस्टेट व्हाट डू यू थिंक अबाउट लॉन्ग टर्म रियल एस्टेट की सोचते हो जी? दिस इज द राइट टाइम टू हिट द मार्केट, आई एम टेलिंग यू। हालांकि मार्केट बहुत जल्दी बदलने वाली नहीं है कि मैं हुण भी कह रहा, लेकिन ए लोएस्ट मार्केट है कि 1-2% 3% और गिर गया। इस वक्त देखो तुहानू कंपनसेट कर रहा है प्राइस, 1 मिलियन का घर 8 लाख का हो चुका है, तुहानू सारा ने कंपनसेट करता। लेकिन अगर तुम 1 मिलियन का घर लिता होंदा और वेरिएबल इंटरेस्ट के उत्ते गए तो तुहाडा इंटरेस्ट वैसे भी ज्यादा हो गया सीगा, बल्कि इतने तुहानू डबल बेनिफिट हो गया कि इंटरेस्ट तो वैसे भी बदना सीगा। हाँ तुझे अगर फिक्स ला लेंगे जिस तरह पहले वाले प्रोग्राम के पैसा में क्या सीगा जिन्हों का रेनुअल आ रहा उन्होंने मुश्किल पाई जाती, तो इस करके इंटरेस्ट वेरिएबल बदना ही बदना सीगा, तो प्राइस गिर चुका है। दिस इज द राइट टाइम टू हिट द मार्केट। मैं इन्होंने कहना चाहूंगा कि दिस इज द राइट टाइम। दूसरी क्वेश्चन इन्होंने की सीगा क्वेश्चन लॉन्ग टर्म पूछा। हाँ यू हैव टू हिट द मार्केट नाउ, बट
ਜਿਹਨੂੰ ਕਹਿੰਦੇ ਨੇ I won't say that ਵੇਟ ਕਰਨ ਦਾ ਮਤਲਬ ਨਹੀਂ ਹੈਗਾ। ਠੀਕ ਹੈ ਜੀ, ਆਖਰੀ ਕੁਐਸਚਨ ਫॉर द ਡੇ ਜੀ। ਹਾਂਜੀ ਪੰਕਜ ਮੋਗਾ ਜੀ ਤੁਹਾਡੇ ਲਈ ਹੈਗਾ ਤਜਿੰਦਰ ਸਾਹਿਬ ਦਾ। ਪਲੀਜ਼ ਆਸਕ ਪੰਕਜ ਜੀ, ਵੈਨ ਵੀ ਆਰ ਹੈਵਿੰਗ ਜੌਬ ਲॉसेस ਐਂਡ layoffs here already, how will we accommodate and create jobs for 500k more people? So ਸਾਲ ਦੇ 5 ਲੱਖ ਹੋਰ ਇਮੀਗ੍ਰੈਂਟਸ ਲੈ ਕੇ ਆ ਰਹੇ ਆ ਸਰ ਜੌਬ ਲॉसेस ਨੇ, ਅਕੋਮੋਡੇਸ਼ਨ ਦੀ ਦਿੱਕਤ ਹੈ, ਹੋਰ ਕਿੱਦਾਂ ਅਕੋਮੋਡੇਟ ਕਰਾਂਗੇ ਜੀ ਪੰਕਜ ਜੀ? जी बिल्कुल ये मान के चलना सर, ये साल का ऐसे तरह जाना है इकोनॉमी का जो 2023 है ये ऐसे तरह ही जाएगा। यस ਜਿਹੜੇ ਵੀ ਲੋग आ रहे ने इमिग्रेंट ਉਹਨਾਂ ਨੂੰ ਮੁਸ਼ਕਿਲ ਹੋਏਗੀ ਇਸ ਵੇਲੇ ਆ ਕੇ ਜੌਬਸ ਵਗੈਰਾ ਲੈਣ ਵਾਸਤੇ, ਲੇਕਿਨ ਦੂਜੇ ਪਾਸੇ ਵੇਖੀਏ ਤਾਂ 1,60,000 ਜੌਬ ਕ੍ਰੀਏਟ ਵੀ ਹੋ ਜਾਂਦੇ ਅਕਤੂਬਰ ਮਹੀਨੇ 'ਚ। ਸੋ ਅਲੱਗ-ਅਲੱਗ ਸਿਚੁਏਸ਼ਨ ਨੇ ਕਿ ਕਿਸ ਤਰ੍ਹਾਂ ਦੇ ਸਕਿੱਲ ਲੈ ਕੇ ਆ ਰਹੇ ਨੇ, ਜਿਸ ਤਰ੍ਹਾਂ ਦੀਆਂ ਜੌਬਸ ਪਈਆਂ ਨੇ ਮਾਰਕੀਟ, ਅਗਰ ਉਸ ਤਰ੍ਹਾਂ ਦੇ ਸਕਿੱਲ ਆ ਰਹੇ ਨੇ ਤਾਂ ਉਹ ਸਕਿੱਲ ਦੇ ਹਿਸਾਬ ਨਾਲ ਉਹਨਾਂ ਨੂੰ ਜੌਬ ਮਿਲ ਜਾਏਗੀ। ਅਦਰਵਾਈਜ਼ ਜਿਹੜੇ ਲੋਕ ਆਣਗੇ ਅਗਲੇ ਸਾਲ ਦੇ ਅੰਦਰ ਉਹ ਥੋੜਾ ਸਟਰਗਲ ਕਰਨਗੇ, ਕਿਉਂਕਿ ਅਸੀਂ ਇੱਥੋਂ ਦੇ ਲੋਕ ਹੀ ਸਟਰਗਲ ਕਰਦੇ ਪਏ ਹੋਵਾਂਗੇ। ਸਾਨੂੰ ਇੱਥੇ ਹੀ ਇਨਫਲੇਸ਼ਨ ਦੀ ਪ੍ਰੋਬਲਮ ਆਈ ਪਈ ਹੈ, ਜਿਹੜੇ ਇੱਥੇ 20-30 50 ਸਾਲ ਤੋਂ ਬੈਠੇ ਨੇ ਉਹਨਾਂ ਨੂੰ ਹੀ ਦਿੱਕਤ ਆ ਜਾਏਗੀ, ਤਾਂ ਨਵੇਂ ਜਿਹੜੇ ਆਣਗੇ ਉਹਨਾਂ ਨੂੰ ਤਾਂ ਦਿੱਕਤ ਆਣੀ ਹੈ। तो अगला जो साल है थोड़ा जहा मुश्किल है जी, बट उस तो अगले साल जो ग्रोथ शुरू हो जाएगी तो वी नीड दोज पीपल। सो डिपेंड करता वो किस तरह के स्किल दे नाल आ रहे हैं जी ਜੀ। ਔਰ ਮੈਂ ਇੱਥੇ ਇੱਕ ਚੀਜ਼ ਹੋਰ ਦੱਸਵਾਂ, ਕਿਉਂਕਿ ਅਸੀਂ ਜਿਹੜੀ ਗੱਲ ਕਰਦੇ ਹਾਂ ਨੰਬਰ ਜ਼ਰੂਰ ਤੁਹਾਨੂੰ ਨਾਲ ਅਸੀਂ ਸ਼ੇਅਰ ਕਰਦੇ ਰਹਿੰਦੇ ਹਾਂ। ਸਾਡੀ ਕੋਸ਼ਿਸ਼ ਹੁੰਦੀ ਹੈ ਕਿ ਜਿਹੜੀ ਵੀ ਡਿਸਕਸ਼ਨ ਅਸੀਂ ਕਰੀਏ ਫੈਕਟ ਬੇਸਡ ਹੋਏ, ਨੰਬਰਸ ਬੇਸਡ ਹੋਏ। ਤੁਹਾਨੂੰ ਹੁਣੇ ਹੀ ਪੰਕਜ ਜੀ ਨੇ ਦੱਸ ਹੀ ਦਿੱਤਾ ਹੈ ਕਿ ਅਕਤੂਬਰ ਦੇ ਵਿੱਚ ਅਨਐਕਸਪੈਕਟਡਲੀ ਐਕਸਪੈਕਟਡ ਨਹੀਂ ਸੀਗਾ, ਪਰ ਇੰਨੀਆਂ ਜ਼ਿਆਦਾ ਬਹੁਤ ਬੜਾ ਜੌਬ ਗੇਨ ਜਿਹੜਾ ਜੌਬ ਨੰਬਰਸ ਗੇਨ ਹੋਇਆ ਅਕਤੂਬਰ ਦੇ ਮਹੀਨੇ ਦੇ ਵਿੱਚ। ਅਨਇੰਪਲੋਇਮੈਂਟ ਰੇਟ ਸਾਡੀ 5.2% ਹੈ, ਕਾਫੀ ਥੱਲੇ ਹੈ ਇਸ ਵੇਲੇ। 1,08,000 ਜੌਬਸ 1,08,000 ਜੌਬਸ ਇਕੱਲੇ ਅਕਤੂਬਰ 'ਚ ਕ੍ਰੀਏਟ ਹੋਈਆਂ। ਹੋਰ ਇੰਟਰਸਟਿੰਗ ਨੰਬਰ ਇੱਕ ਹੋਰ ਮੈਂ ਦੱਸ ਦਿੰਦਾ ਹੈ ਕਿ 1 ਮਿਲੀਅਨ ਜੌਬ ਵੈਕੈਂਸੀਜ਼ ਨੇ ਜੀ ਰਾਈਟ ਅਕ੍ਰੋਸ ਕੈਨੇਡਾ। ਕਿੰਨੀਆਂ ਨੇ? 1 ਮਿਲੀਅਨ। ਸੋ ਜੇ ਅਸੀਂ ਅਗਲੇ 4-5 ਸਾਲ 'ਚ 1.5 ਮਿਲੀਅਨ ਲੋਕਾਂ ਨੂੰ ਵੀ ਲੈ ਆਵਾਂਗੇ ਤੇ ਅੱਜ ਵੀ ਐਜ਼ ਵੀ ਸਪੀਕ 1 ਮਿਲੀਅਨ ਜੌਬ ਵੈਕੈਂਸੀਜ਼ ਸਾਰੇ ਕੈਨੇਡਾ 'ਚ ਹੈਗੀਆਂ ਨੇ। ਬਹੁਤ ਸਾਰੇ ਮੈਨੂਫੈਕਚਰਿੰਗ ਯੂਨਿਟਸ ਕਹਿੰਦੇ ਕਿ ਸਾਡੇ ਜਿਹੜਾ ਪਲਾਂਟ ਹੈ ਉਹ ਚੱਲ ਨਹੀਂ ਪਾਉਂਦਾ ਇਸ ਸਮੇਂ। 10% 15% ਸਾਡੇ ਕੋਲ ਬੰਦਿਆਂ ਦੀ ਕਮੀ ਹਮੇਸ਼ਾ ਹੀ ਰਹਿੰਦੀ ਆ। ਹਰ ਸੈਕਟਰ ਦੇ ਵਿੱਚ ਇਸ ਵੇਲੇ ਬੰਦਿਆਂ ਦੀ ਕਮੀ ਜਿਹੜੀ ਆ ਉਹ ਇਸ ਵੇਲੇ ਚੱਲ ਰਹੀ ਆ ਜੀ। ਯੁੱਧੀ ਜੀ ਮੈਂ ਨਾ ਇੱਕ ਮੈਨੂੰ ਗੱਲ ਯਾਦ ਆਈ ਸੀ, ਮੈਂ ਪਹਿਲੇ ਸੋਚ ਰਿਹਾ ਸੀ ਨਾ ਕਵਾਂ, ਲੇਕਿਨ ਮੇਰਾ ਦਿਲ ਕਰ ਰਿਹਾ ਜਿਹੜਾ ਉਹਨਾਂ ਦਾ ਰੈਂਟ ਦੇ ਬਾਰੇ ਗੱਲ ਕੀਤੀ ਸੀ ਨਾ ਉਹਨਾਂ ਨੇ, ਤੇ ਉਹਦੇ ਅੰਦਰ ਉਹ ਭਾਈ ਸਾਹਿਬ ਨੂੰ ਮੈਂ ਇੱਕ ਗੱਲ ਬੜੀ ਕੁਇਕਲੀ ਕਹਿਣਾ ਚਾਹਾਂਗਾ ਕਿ ਆਪਣੇ ਲਾਅਰ ਨਾਲ ਗੱਲ ਕਰ ਲੈਣ। ਮੈਂ ਅਗਰ ਉਹਨਾਂ ਦਾ ਰੈਂਟ ਬਾਰ-ਬਾਰ ਲੇਟ ਹੋ ਰਿਹਾ ਲੇਕਿਨ ਆ ਰਿਹਾ ਹੈ ਤੇ LTP ਜਿਹੜਾ ਨਾ N8 ਫਾਰਮ ਨੂੰ ਬੜਾ ਦਮ ਦਿੰਦਾ ਹੈਗਾ, ਉਹਦੇ ਤੇ ਬੜਾ ਉਹ ਜ਼ੋਰ ਉਹਨੂੰ ਇੰਪੋਰਟੈਂਟ ਬੰਦਾ ਕਿਉਂਕਿ ਬੰਦਾ ਪਰੇਸ਼ਾਨ ਹੈ। ਔਰ ਅਗਰ ਰੈਂਟ ਬਿਲਕੁਲ ਹੀ ਨਹੀਂ ਆ ਰਿਹਾ ਤੇ N4 ਟਰਾਈ ਕਰਨ। N4 ਦੇ ਅੰਦਰ ਬੜਾ ਦਮ ਹੈ, ਬੜੀ ਵੇਟੇਜ ਹੈ LTP ਦੇ ਅੰਦਰ। ਮੈਂ ਦੋ ਗੱਲਾਂ ਕਰਨਾ ਚਾਹੁੰਦਾ ਸੀਗਾ ਜੀ। ਠੀਕ ਹੈ ਜੀ, ਸਮੇਂ ਹੋਰ ਇਜਾਜ਼ਤ ਨਹੀਂ ਦੇ ਰਿਹਾ ਜੀ। ਔਰ ਪੀਕੇ ਜੀ ਸੈਮੀਨਾਰ ਜਾਂ ਕੋਈ ਡਿਟੇਲ ਪਹਿਲਾਂ ਤੁਸੀਂ ਜੀ ਮੈਂ ਬੜਾ ਜ਼ਬਰਦਸਤ ਵੇਟ ਕਰ ਰਿਹਾ। ਮੈਂ ਤਾਂ ਕਹਾਂਗਾ ਮੀਡੀਆ ਆਫ ਮਾਈ ਚੋਇਸ, ਵਾਈ ਮੀਡੀਆ ਆਫ ਮਾਈ ਚੋਇਸ, ਉਹ ਉੱਥੇ ਮਤਲਬ ਪਹਿਲੀ ਗੱਲ ਤੇ ਯੁੱਧੂ ਜੀ ਬੜਾ ਮਜ਼ਾ ਆਏਗਾ ਉੱਥੇ। ਅਸੀਂ ਮਿਲਾਂਗੇ ਸਾਰੇ ਲਿਸਨਰਸ ਨੂੰ, ਤੁਸੀਂ ਤੁਹਾਡੀ ਪੂਰੀ ਟੀਮ, ਮੋਂਗਾ ਸਾਹਿਬ ਔਰ ਅਸੀਂ ਸਾਰੇ ਆਪਣੇ ਲਿਸਨਰ ਨੂੰ ਰੂਬਰੂ ਮਿਲਾਂਗੇ 4 ਦਸੰਬਰ ਨੂੰ ਜਿਹੜਾ ਅਸੀਂ ਸੈਮੀਨਾਰ ਕਰ ਰਹੇ ਹਾਂ। ਮੈਂ ਅਜੇ ਵੈਨਿਊ ਨਹੀਂ ਦੱਸ ਰਿਹਾ ਕਿਉਂਕਿ ਮੈਂ ਵਾਕ ਇਨ ਅਲਾਉ ਨਹੀਂ ਹੈ ਉੱਥੇ, ਰਜਿਸਟਰ ਕਰਕੇ ਹੀ ਆਉਣਾ ਪਏਗਾ। ਇਟ ਇਜ਼ ਫ੍ਰੀ ਕਿਉਂਕਿ ਇੱਕ ਵਾਰ ਹੋ ਚੁੱਕਿਆ ਸੀਗਾ, ਮੈਂ ਵੈਨਿਊ ਵਗੈਰਾ ਦੱਸਦਾ ਸੀਗਾ ਤੇ ਉੱਥੇ 200 ਬੰਦਾ ਬਾਹਰ ਖੜਾ ਸੀਗਾ ਤੇ ਅੰਦਰ ਜਗ੍ਹਾ ਨਹੀਂ ਸੀ ਸਾਡੇ ਕੋਲ, ਤੇ ਰਜਿਸਟ੍ਰੇਸ਼ਨ ਦੇ ਬਗੈਰ ਅਸੀਂ ਅਲਾਉ ਨਹੀਂ ਕਰ ਰਹੇ। ਅਸੀਂ ਬਹੁਤ ਜ਼ਿਆਦਾ ਬੰਦੇ ਐਕਸਪੈਕਟ ਕਰ ਰਹੇ ਹਾਂ। ਤੇ ਪਿਛਲੇ ਸ਼ੋਅ ਦੇ ਬਾਅਦ ਮਾਈ ਕੰਪਲੀਮੈਂਟਸ ਟੂ ਯੂ ਯੁੱਧਵੀਰ ਜੀ, ਤੁਹਾਡੇ ਸ਼ੋਅ ਦੇ ਬਾਅਦ ਤੁਸੀਂ ਹੈਰਾਨ ਹੋ ਜਾਓਗੇ 150 ਤੋਂ ਜ਼ਿਆਦਾ ਬੰਦਿਆਂ ਨੇ ਰਜਿਸਟਰ ਕਰਤਾ ਸੀਗਾ ਤੁਹਾਡੇ ਸ਼ੋਅ ਦੇ ਬਾਅਦ। ਕਿੰਨਾ ਦਮ ਹੈ ਤੁਹਾਡੇ ਸ਼ੋਅ ਦੇ ਅੰਦਰ ਸਰ, ਤੁਸੀਂ ਇਹ ਦੇਖੋ। ਮੇਰੀ ਕੰਪਲੀਮੈਂਟਸ ਤੁਹਾਨੂੰ। 150 ਤੋਂ ਜ਼ਿਆਦਾ ਲੋਕਾਂ ਨੇ ਰਜਿਸਟਰ ਕਰਤਾ ਸੀ, ਇਨਕਲੂਡਿੰਗ ਉਹਨਾਂ ਲੋਕਾਂ ਨੇ ਜਿਨ੍ਹਾਂ ਨੇ ਮੇਰੇ ਕੋਲ ਲਿੰਕ ਮੰਗਿਆ ਸੀਗਾ, ਇਨਕਲੂਡਿੰਗ ਦੋਜ਼ ਪੀਪਲ ਜਿਨ੍ਹਾਂ ਨੇ ਕਿਹਾ ਲਿੰਕ ਭੇਜੋ, ਤੁਹਾਨੂੰ ਲਿੰਕ ਯਾਦ ਨਹੀਂ ਆ ਰਿਹਾ। ਤੇ ਇਹ ਜਿਹੜਾ ਸ਼ੋਅ ਹੈਗਾ ਇਹ ਸਵੇਰੇ 10 ਵਜੇ ਸਟਾਰਟ ਹੋਏਗਾ ਵਿਦ ਬ੍ਰੇਕਫਾਸਟ, ਹਾਟ ਬ੍ਰੇਕਫਾਸਟ। 45 ਮਿੰਟ ਰਹੇਗਾ, ਉਹਦੇ ਬਾਅਦ ਡੋਰਸ ਓਪਨ ਹੋਣਗੀਆਂ ਅੰਦਰ ਮੇਨ ਹਾਲ ਦੇ। 11 ਤੋਂ ਲੈ ਕੇ 1 ਵਜੇ ਤੱਕ 2 ਘੰਟੇ ਇਹ ਸੈਮੀਨਾਰ ਚੱਲੇਗਾ, ਜਿਹਦੇ ਅੰਦਰ ਮੈਂ ਵੀ ਡਿਸਕਸ ਕਰਾਂਗਾ। ਵੀਲ ਨੈਵੀਗੇਟ ਥਰੂ ਰੀਅਲ ਸਟੇਟ ਐਂਡ ਮੌਰਗੇਜ ਮੈਟਰ 2023 ਵਾਸਤੇ ਕਰਾਂਗੇ ਵਿਦ ਆਵਰ ਲਾਇਰ ਐਂਡ ਅਯਾਜ਼ ਭਾਂਜੀ। ਵਟ ਕੈਨ ਯੂ ਐਕਸਪੈਕਟ, ਸਾਰੀ ਅਸੀਂ ਆਪਣੇ ਵਿਚਾਰ ਰੱਖ ਦਿਆਂਗੇ। ਤੇ ਉਹਦੇ ਬਾਅਦ ਕੁਐਸਚਨ ਆਂਸਰ ਸੈਸ਼ਨ ਸਟਾਰਟ ਹੋਏਗਾ ਜੀ 1 ਵਜੇ ਤੋਂ ਲੈ ਕੇ 2 ਵਜੇ ਤੱਕ, ਔਰ 2 ਵਜੇ ਲੰਚ ਸਟਾਰਟ ਹੋ ਜਾਏਗਾ ਐਂਡ ਲਾਈਵਿਸ਼ ਲੰਚ। ਦਿਸ ਇਜ਼ ਆਲ ਫ੍ਰੀ, no charges at all. We are accepting maximum 2 members from a family. ਇਸ ਕਰਕੇ ਅਸੀਂ ਅਜੇ ਜਿਹੜਾ ਹੈਗਾ ਤੁਸੀਂ ਰਜਿਸਟਰ ਜਦ ਕਰਦੇ ਹੋ
ਉਹਦੇ ਬਾਅਦ ਸਾਡੇ ਕੋਲ ਤੁਹਾਨੂੰ ਈਮੇਲ ਜਾਏਗੀ। ਜਲਦਬਾਜ਼ੀ ਨਾ ਕਰੋ, ਤੁਹਾਨੂੰ ਈਮੇਲ ਜਾਏਗੀ, ਜ਼ਰੂਰ ਜਾਏਗੀ। ਤੁਹਾਨੂੰ ਅਗਰ ਥੈਂਕਸ ਦਾ ਜਵਾਬ ਆ ਗਿਆ ਕਿ ਥੈਂਕਸ ਫॉर ਰਜਿਸਟਰਿੰਗ, ਉਹਦੇ ਬਾਅਦ ਤੁਹਾਨੂੰ ਸਾਡੇ ਆਫਿਸ ਤੋਂ ਕੰਟੈਕਟ ਕਰਨਾ ਸ਼ੁਰੂ ਕਰ ਦੇਣਗੇ ਕੱਲ ਤੋਂ। ਐਂਡ 4 ਦਸੰਬਰ ਦੀ ਡੇਟ ਹੈ, ਦੈਟ ਇਜ਼ ਸੰਡੇ, ਉਹਨੂੰ ਤੁਸੀਂ ਨੋਟ ਕਰ ਲਓ। ਇਟ ਇਜ਼ ਵੈਰੀ ਇੰਪੋਰਟੈਂਟ। ਮੈਂ ਤਾਂ ਕਹਾਂਗਾ ਕਿ 2 ਸਾਲ 2.5 ਸਾਲ ਦੇ ਬਾਅਦ ਅਸੀਂ ਫਿਰ ਸ਼ੁਰੂ ਕੀਤਾ ਹੈ ਔਰ ਉਹਨੂੰ ਅਸੀਂ ਡਿਫਰੈਂਟ ਤਰੀਕੇ ਨਾਲ ਹੁਣ ਸ਼ੁਰੂ ਕਰ ਰਹੇ ਹਾਂ, ਕਿਉਂਕਿ ਪਹਿਲੇ ਜਿਹੜਾ ਸੀਗਾ ਡਿਫਰੈਂਟ ਤਰੀਕਾ ਸੀ, ਹੁਣ ਡਿਫਰੈਂਟ ਹੈਗਾ। ਲਾਰਜ ਸਕੇਲ ਕਹਿ ਲਓ, ਐਵਰੀਥਿੰਗ ਇਜ਼ ਫ੍ਰੀ, ਨੋ ਚਾਰजेस, ਯੂ ਆਰ ਮੋਸਟ ਵੈਲਕਮ। ਦ ਰੀਅਲ ਐਸਟੇਟ seminar.ca द रियल एस्टेट seminar.ca ਤੇ ਜਾ ਕੇ ਤੁਸੀਂ ਰਜਿਸਟਰ ਕਰ ਦਿਓ। ਅਗਰ ਤੁਹਾਨੂੰ ਸਮਝ ਨਹੀਂ ਆ ਰਹੀ ਤੇ ਮੈਂ ਆਪਣਾ ਨੰਬਰ ਦੇ ਦੇਣਾ, ਮੈਨੂੰ ਟੈਕਸਟ ਕਰੋ, ਤੁਹਾਨੂੰ ਲਿੰਕ ਮੈਂ ਭੇਜ ਦੇਵਾਂਗਾ, ਵੈਬਸਾਈਟ ਹੀ ਭੇਜ ਦੇਗਾ ਸਿੱਧੀ। 6472994757 6472994757 और यू कैन विजिट teamsabarwal.com भी। एक गल और जाते आंदे, एक यूनिट मैं हुणे जस्ट आउट ऑफ माई जो कह लो ਜਿਹੜੀ ਮੈਂ ਬਹੁਤ ਵੱਡੀ ਵੇਚੀ ਸੀਗੀ ਨੋਟਿੰਗ ਹਿਲ ਦੇ ਅੰਦਰ, ਮੋਰ ਦੈਨ 100 ਯੂਨਿਟਸ, ਇੱਕ ਮੈਂ ਬਿਲਡਰ ਕੋਲੋਂ ਕਰਵਾ ਕੇ ਲਿਆਇਆ ਯੂਨਿਟ ਵਿਦ ਓਨਲੀ 5% ਡਾਊਨ, ਓਨਲੀ 1 ਯੂਨਿਟ 5% ਡਾਊਨ ਦੇ ਨਾਲ ਤੁਸੀਂ ਬੁੱਕ ਕਰ ਸਕਦੇ ਹੋ। ਤੁਸੀਂ ਬਾਅਦ 3 ਸਾਲ ਕੋਈ ਦੇਣਾ ਹੀ ਨਹੀਂ ਹੈਗਾ। ਮੈਂ ਫਸਟ ਕਮ ਫਸਟ ਸਰਵ, ਅਗਰ ਕੋਈ ਇੰਟਰਸਟਡ ਹੈ ਮੈਨੂੰ ਕੰਟੈਕਟ ਇਮੀਡੀਏਟਲੀ ਕਰ ਲੈ ਤੇ ਮੈਂ ਉਹਨੂੰ ਯੂਨਿਟ ਦੇ ਦੇਵਾਂਗਾ ਜਸਟ ਵਿਦ ਦ ਡਿਪੋਜ਼ਿਟ ਆਫ 5%। ਉਹਦੇ ਇਲਾਵਾ ਹੋਰ ਵੀ ਬੜੇ ਇਨਸੈਂਟਿਵ ਮੈਂ ਬਾਅਦ ਵਿੱਚ ਗੱਲ ਕਰਾਂਗੇ। ਥੈਂਕ ਯੂ ਵੈਰੀ ਮਚ ਜੀ। थैंक यू सो मच जी। और फोन नंबर दे दो जरूर एक बार। 6472994757। I repeat 6472994757। Thank you very much.